ਸਾਡੇ ਨਾਲ ਹਰਜੀਤ ਗਰੇਵਾਲ ਸਾਹਿਬ ਜੁੜ ਰਹੇ ਨੇ, ਬੀਜੇਪੀ ਦੇ ਆਗੂ ਨੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਗਰੇਵਾਲ ਸਾਹਿਬ, ਇਹ ਸਿਨੈਰੀਓ ਜਿਹੜਾ ਹੈਗਾ ਜਿਸ ਦੇ ਵਿੱਚ 28 ਸਾਲਾਂ ਦੇ ਅੰਮ੍ਰਿਤਪਾਲ ਸਿੰਘ ਕਈ ਸਾਰੇ ਮਸਲਿਆਂ ਤੇ ਗੱਲ ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਪੂਰਨ ਆਜ਼ਾਦੀ ਦੀ ਜਿਹੜਾ ਹੈਗਾ ਗੱਲ ਹੈਗੀ ਹੈ, ਪੂਰਨ ਆਜ਼ਾਦੀ ਦੀ ਮੰਗ ਹੈਗੀ ਹੈ ਜਿਸ ਦੇ ਵਿੱਚ ਕੋਈ ਲਕੀਰ ਨਾ ਹੋਵੇ। ਉਹਨਾਂ ਨੇ ਖਾਲਿਸਤਾਨ ਦਾ ਵੀ ਜ਼ਿਕਰ ਕੀਤਾ। ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਦੀਪ ਸਿੱਧੂ ਨੇ ਬਣਾਈ ਸੀ ਉਸ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਔਰ ਅੱਜ ਜਿਹੜਾ ਹੈਗਾ ਮੋਗਾ ਦੇ ਪਿੰਡ ਰੋਡੇ ਵਿੱਚ ਦਸਤਾਰਬੰਦੀ ਦਾ ਬਹੁਤ ਵੱਡੇ ਪੱਧਰ ਤੇ ਸਮਾਗਮ। ਬੀਜੇਪੀ ਇਸ ਪੂਰੀ ਤਸਵੀਰ ਨੂੰ ਕਿਵੇਂ ਵੇਖ ਰਹੀ ਹੈ? ਦੇਖੋ, ਇਹ ਅੰਮ੍ਰਿਤਪਾਲ ਮੇਰੇ ਖਿਆਲ ਦੁਬਈ ਵੀ ਰਹੇ ਨੇ। ਉਹੀ ਨੇ ਜੀ ਜੀ ਉਹੀ ਨੇ ਜੀ, ਇਹ ਉਹੀ ਨੇ ਤੇ ਇਹ ਮੈਨੂੰ ਲੱਗਦਾ ਕਿ ਕਿਸੇ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਇਹ ਕਿ ਜਿਸ ਤਰ੍ਹਾਂ ਵਿਦੇਸ਼ੀ ਏਜੰਸੀਆਂ ਨੇ ਉਹਨਾਂ ਦਾ ਵੀ ਕੰਮ ਹੋ ਸਕਦਾ, ਕਿਉਂਕਿ ਹਿੰਦੁਸਤਾਨ ਦੇ ਅੰਦਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸ਼ਾਂਤੀ ਖਰਾਬ ਕਰਨ ਦੇ ਲਈ, ਪੀਸ ਨੂੰ ਖਰਾਬ ਕਰਨ ਦੇ ਲਈ ਆਪਣੇ ਲੋਕਾਂ ਨੂੰ ਭੇਜਦੇ ਆ ਔਰ ਪੂਰੀ ਜਾਂਚ ਹੋ ਕੇ ਔਰ ਫਿਰ ਇਸ ਨੂੰ ਅੱਗੇ ਕੰਮ ਕਰਨ ਦੇਣਾ ਚਾਹੀਦਾ। ਮੈਨੂੰ ਇਹਦੇ 'ਚ ਕਾਫੀ ਸ਼ੰਕਾ ਲੱਗੀ ਜਦੋਂ ਮੈਂ ਵੀ ਬੋਲਦੇ ਸੁਣਿਆ ਤੁਹਾਡੇ ਚੈਨਲ ਤੇ ਤੇ ਮੈਂ ਸਮਝਦਾ ਕਿ ਇਹ ਦੇਸ਼ ਵਿੱਚ ਕੋਈ ਗੱਲ ਨਹੀਂ ਕਰ ਰਹੇ ਔਰ ਇਹਨਾਂ ਨੂੰ ਕਿਸ ਚੀਜ਼ ਦੀ ਆਜ਼ਾਦੀ ਚਾਹੀਦੀ ਹੈ। ਕੀ ਇਹਨਾਂ ਨੂੰ ਅਫਗਾਨਿਸਤਾਨ ਵਾਲੀ ਆਜ਼ਾਦੀ ਚਾਹੀਦੀ ਹੈ? ਅਫਗਾਨਿਸਤਾਨ 'ਚ ਸਿੱਖਾਂ ਦੀਆਂ ਬੇਟੀਆਂ ਨੂੰ ਤੇ ਹਿੰਦੂਆਂ ਦੀਆਂ ਬੇਟੀਆਂ ਨੂੰ ਛੀਨ ਕੇ ਲੈ ਜਾਂਦੇ ਆ, ਖੋਹ ਕੇ ਲੈ ਜਾਂਦੇ ਆ, ਗੋਲੀਆਂ ਮਾਰ ਦਿੰਦੇ ਆ, ਇਸਲਾਮ 'ਚ ਲੈ ਜਾਂਦੇ ਆ ਔਰ ਇੱਥੇ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀ ਪਾਕਿਸਤਾਨ 'ਚ ਕੋਸ਼ਿਸ਼ ਕੀਤੀ ਗਈ ਔਰ ਪਾਕਿਸਤਾਨ 'ਚ ਵੀ ਹਿੰਦੂ ਔਰ ਸਿੱਖ ਸੁਰੱਖਿਅਤ ਨਹੀਂ, ਉਹਨਾਂ ਦੀਆਂ ਬੇਟੀਆਂ ਸੁਰੱਖਿਅਤ ਨਹੀਂ। ਕੀ ਇਹ ਚਾਹੁੰਦੇ ਆ? ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਆ? ਕਿੱਥੋਂ ਆਜ਼ਾਦੀ ਚਾਹੁੰਦੇ ਆ? ਇਹਨਾਂ ਨੂੰ ਪੂਰਾ ਐਕਸਪਲੇਨ ਕਰਨਾ ਚਾਹੀਦਾ। ਮੇਰਾ ਖਿਆਲ ਇਹਨਾਂ ਨੂੰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਹੈ ਕਿ ਹਿੰਦੁਸਤਾਨ ਦੇ ਅੰਦਰ ਹੀ ਅਫਗਾਨੀ ਸਿੱਖ ਵੀ ਆ ਕੇ ਕਹਿੰਦੇ ਆ ਕਿ ਅਸੀਂ ਸਵਰਗ 'ਚ ਆ ਗਏ ਔਰ ਜਦੋਂ ਇੱਥੇ ਪਹੁੰਚਦੇ ਆ ਤੇ ਜਦੋਂ ਪਾਕਿਸਤਾਨ ਤੋਂ ਵੀ ਕੁਝ ਸਿੱਖ ਤੇ ਹਿੰਦੂ ਆਉਂਦੇ ਆ ਉਹ ਵੀ ਕਹਿੰਦੇ ਅਸੀਂ ਸਵਰਗ 'ਚ ਆ ਗਏ, ਸਾਡਾ ਆਪਣਾ ਮੁਲਕ ਆ। ਇਹ ਜਿਹੜੇ ਉੱਥੋਂ ਦੇ ਨਾਗਰਿਕ ਸੀ ਉਹ ਕਹਿੰਦੇ ਆ ਇਹ, ਤੇ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਆ? ਕੀ ਇਹ ਹੋਰ ਇੱਥੇ ਸ਼ਾਂਤੀ ਖਰਾਬ ਕਰਨਾ ਚਾਹੁੰਦੇ ਆ? ਮੈਂ ਸਮਝਦਾ ਇਹੋ ਜਿਹੇ ਲੋਕਾਂ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਸਮਾਜ 'ਚ ਔਰ ਸਿੱਖ ਧਰਮ 'ਚ ਵੀ ਇਹੋ ਜਿਹੇ ਲੋਕਾਂ ਦੀ ਕੋਈ ਜਗ੍ਹਾ ਨਹੀਂ। ਪਰ ਇਸ ਦਾ ਬਹੁਤ ਵੱਡਾ ਸਮਾਗਮ ਜਿਹੜਾ ਹੈਗਾ ਗਰੇਵਾਲ ਸਾਹਿਬ ਮੋਗਾ ਦੇ ਪਿੰਡ ਰੋਡੇ ਵਿੱਚ ਜਿਹੜਾ ਹੈਗਾ ਪ੍ਰਬੰਧਿਤ ਕੀਤਾ ਗਿਆ, ਜਿੱਥੇ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਜਾ ਰਹੀ ਹੈ। ਬੀਜੇਪੀ ਨੂੰ ਇਸ ਗੱਲ ਦੀ ਖਬਰ ਸੀ? ਅਰੇ ਖਬਰ ਦੀ ਗੱਲ ਨਹੀਂ, ਖਬਰ ਤਾਂ ਪੂਰੀ ਦੁਨੀਆ ਨੂੰ ਜੋ ਤੁਹਾਡੇ ਚੈਨਲ ਤੇ ਆ ਕੇ ਉਹ ਗੱਲ ਕਰ ਰਹੇ ਆ ਕਿ ਨਿਊਜ਼ 18 ਨੂੰ ਸਭ ਲੋਕ ਦੇਖਦੇ ਆ ਔਰ ਤੁਹਾਡੀ TRP ਬਹੁਤ ਜ਼ਿਆਦਾ ਹੈਗੀ ਆ, ਤਾਂ ਖਬਰ ਤਾਂ ਸਾਰਿਆਂ ਨੂੰ ਲੱਗ ਜਾਂਦੀ ਹੈ। ਪਰ ਮੈਨੂੰ ਉਸ ਵੇਲੇ ਵੀ ਲੱਗਿਆ ਸੀ ਕਿ ਇਹ ਮੁਲਕ ਦੇ ਲਈ ਠੀਕ ਨਹੀਂ ਹੈ। ਇਹ ਵਿਅਕਤੀ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ, ਕੋਈ ਤਿਆਰੀ ਕਰਕੇ ਭੇਜਿਆ ਲੱਗਦਾ, ਮੈਨੂੰ ਇਸ ਤਰ੍ਹਾਂ ਦੀ ਗੱਲ ਲੱਗੀ ਸੀ। ਪਰ ਗਰੇਵਾਲ ਸਾਹਿਬ, ਸਵਾਲ ਇਹ ਹੈ ਨਾ ਕਿ ਇੰਨਾ ਵੱਡਾ ਸਮਾਗਮ ਜੇਕਰ ਇੱਕ ਅਜਿਹੇ ਸ਼ਖਸ ਦੇ ਲਈ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ, ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਇਹ ਸ਼ਖਸ ਦੁਬਈ ਵਿੱਚ ਵੀ ਰਹਿ ਕੇ ਆਇਆ, ਦੁਬਈ ਤੋਂ ਬਾਅਦ ਆ ਕੇ ਇਸ ਤਰੀਕੇ ਦੀ ਤਸਵੀਰ ਪੇਸ਼ ਕਰਦੇ ਹੈ, ਜਾਂਚ ਦੇ ਲਈ ਕਹੋਗੇ ਕੇਂਦਰ ਸਰਕਾਰ ਨੂੰ, ਅਪੀਲ ਕਰੋਗੇ ਕਿ ਇਸ ਤੇ ਐਕਸ਼ਨ ਜਿਹੜਾ ਹੈਗਾ ਉਹ ਲਿਆ ਜਾਵੇ, ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ? ਉਹ ਤਾਂ ਦੇਖੋ, ਕੇਂਦਰ ਸਰਕਾਰ ਦੀਆਂ ਏਜੰਸੀਆਂ ਵੀ ਸਟੇਟ ਨੇ, ਪੰਜਾਬ ਸਰਕਾਰ ਵੀ ਸਟੇਟ ਆ, ਡੈਫੀਨਿਟਲੀ ਉਹ ਜਾਂਚ ਤਾਂ ਕੋਈ ਕਹੇ ਨਾ ਕਹੇ ਉਹ ਹੋਣੀ ਆ ਔਰ ਜੇ ਗਲਤ ਕਾਰਵਾਈਆਂ ਕਰਨਗੇ, ਕਾਨੂੰਨ ਦੇਸ਼ ਦਾ ਤੋੜਨਗੇ, ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਉਹਦੇ ਖਿਲਾਫ ਗੱਲ ਕਰਨਗੇ ਤਾਂ ਨੈਚੁਰਲੀ ਇਹਨਾਂ ਦੇ ਖਿਲਾਫ ਗੱਲ ਹੋਏਗੀ। ਐਸੀ ਕੋਈ ਗੱਲ ਨਹੀਂ ਹੈ, ਕਾਰਵਾਈ ਵੀ ਹੋਏਗੀ, ਸਭ ਕੁਛ ਹੋਏਗਾ ਜਿਸ ਤਰ੍ਹਾਂ ਕਾਨੂੰਨ ਤੋੜਨ ਵਾਲੇ ਲੋਕਾਂ ਦੇ ਖਿਲਾਫ ਹੁੰਦਾ। ਪਰ ਅਗਰ ਕੋਈ ਪੀਸਫੁਲ ਗੱਲ ਕਰਦੇ ਨੇ ਤੇ ਮੈਂ ਸਮਝਦਾ ਧਰਮ ਦਾ ਗਲਤ ਇਸਤੇਮਾਲ ਕਰ ਰਹੇ, ਸਿੱਖ ਧਰਮ ਦਾ ਨੁਕਸਾਨ ਕਰਨਗੇ। ਸਿੱਖ ਯੂਥ ਨੇ ਪਹਿਲਾਂ ਬਹੁਤ ਸੰਤਾਪ ਭੁਗਤਿਆ, 23,000 ਦੇ ਕਰੀਬ ਲੋਕ ਮਾਰੇ ਗਏ, ਹਿੰਦੂ ਸੀ ਜਾਂ ਸਿੱਖ ਸੀ ਉਸ ਵੇਲੇ, ਤੇ ਇਹ ਹੁਣ ਫਿਰ ਉਸੇ ਤਰ੍ਹਾਂ ਦੀ ਕਤਲੋਗਾਰਤ ਚਾਹੁੰਦੇ ਆ ਮੇਰੇ ਖਿਆਲ, ਤੇ ਇਸ ਤੋਂ ਇਹਨਾਂ ਨੂੰ ਵਰਜਿਆ ਜਾਣਾ ਚਾਹੀਦਾ ਜ਼ਰੂਰ। ਗਰੇਵਾਲ ਸਾਹਿਬ, ਇੱਕ ਆਖਰੀ ਸਵਾਲ, ਕਈ ਇਸ ਤਰੀਕੇ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਨੇ ਕਿ ਪੰਜਾਬ ਦੀ ਸਟੇਟ ਗਵਰਨਮੈਂਟ ਜਿਹੜੀ ਮੌਜੂਦਾ ਹੈਗੀ ਹੈ ਨਵੀਂ ਸਰਕਾਰ, ਉਸ ਦੀ ਵਰਕਿੰਗ ਨੂੰ, ਉਸ ਦੀ ਕਾਰਵਾਈ ਨੂੰ ਡਿਸਟਰਬ ਕਰਨ ਦੇ ਲਈ ਵੀ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਹੋ ਸਕਦਾ, ਕੁਝ ਵੀ ਹੋ ਸਕਦਾ। ਮੈਂ ਦੇਖੋ ਇਸ ਚੀਜ਼ 'ਚ ਨਹੀਂ ਕਹਿੰਦਾ ਕਿ ਸਟੇਟ ਗਵਰਨਮੈਂਟ ਨੂੰ ਵੀ ਸਟੇਟ ਹੋਣਾ ਚਾਹੀਦਾ, ਉਹ ਵੀ ਉਹਨਾਂ ਦੀ ਵੀ ਇੱਕ ਰਿਸਪੌਂਸਿਬਲ ਗਵਰਨਮੈਂਟ ਹੁੰਦੀ ਹੈ ਜੋ ਡੈਮੋਕ੍ਰੇਸੀ 'ਚ ਹੁੰਦੀ ਹੈ, ਚਾਹੇ ਉਹ ਸਾਡੇ ਵਿਰੋਧੀਆਂ ਦੀ ਹੋਵੇ ਚਾਹੇ ਸਾਡੀ ਆਪਣੀ ਹੋਵੇ। ਤੇ ਹਰ ਗਵਰਨਮੈਂਟ ਤੇ ਹਰ ਤਰ੍ਹਾਂ ਦੇ ਸ਼ੰਕੇ ਕਰਨਾ ਠੀਕ ਨਹੀਂ। ਸਟੇਟ ਔਰ ਸੈਂਟਰ ਦੀ ਕੋਆਰਡੀਨੇਸ਼ਨ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਸਮਝਦਾ ਕਿ ਇਹੋ ਜਿਹੀਆਂ ਤਾਕਤਾਂ ਇੱਥੇ ਪਨਪ ਨਹੀਂ ਪਾਉਣਗੀਆਂ ਜ਼ਿਆਦਾ ਤੇ ਇਹਨਾਂ ਨੂੰ ਪਨਾਹ ਵੀ ਨਹੀਂ ਮਿਲਣੀ ਚਾਹੀਦੀ ਜ਼ਿਆਦਾ ਔਰ ਜਲਦੀ ਹੀ ਇਹ ਐਕਸਪੋਜ਼ ਹੋ ਜਾਣਗੇ ਜੋ ਇਹ ਗੱਲਾਂ ਕਰ ਰਹੇ। ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਗੱਲ ਕਰਨ ਦੇ ਲਈ। ਹਰਜੀਤ ਸਿੰਘ ਗਰੇਵਾਲ ਸਾਹਿਬ ਬੀਜੇਪੀ ਆਗੂ ਸਾਡੇ ਨਾਲ ਗੱਲ ਕਰ ਰਹੇ ਸੀਗੇ ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਲੋਕ ਐਕਸਪੋਜ਼ ਹੋ ਜਾਣਗੇ। ਹਾਲਾਂਕਿ ਜਿਸ ਤਰੀਕੇ ਸਮਾਗਮ ਜਿਹੜਾ ਹੈਗਾ ਉਹ ਪ੍ਰਬੰਧਿਤ ਕੀਤਾ ਗਿਆ ਉਸ ਦੇ ਬਾਰੇ ਉਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਸਮਾਗਮ ਕਿਉਂਕਿ ਨਿਊਜ਼ 18 ਨੇ ਦਿਖਾ ਰਿਹਾ ਤਾਂ ਇਸ ਕਰਕੇ ਪੂਰੀ ਦੁਨੀਆ ਨੂੰ ਖਬਰ ਤਾਂ ਹੈਗੀ ਹੋਈ ਹੈ। ਪਰ ਸਵਾਲ ਇਹ ਹੈ ਕਿ ਜੇਕਰ ਖਬਰ ਹੈਗੀ ਹੈ ਔਰ ਦੂਜੇ ਪਾਸੇ ਤੁਸੀਂ ਇਹ ਮੰਨਦੇ ਹੋ ਕਿ ਖਤਰਾ ਜਿਹੜਾ ਹੈਗਾ ਅਜਿਹੇ ਲੋਕਾਂ ਤੋਂ ਹੋ ਸਕਦਾ ਹੈ, ਫਿਰ ਕਾਰਵਾਈ ਕੀ?
सवाल इस गल नूं लैके भी, इन्वेस्टिगेशन की, जांच की, ये सारे सवाल ने। हालांकि उन्होंने ये भी कहा कि कार्रवाई जिहड़ी हैगी वो होवेगी और एजेंसी जिहड़ा हैगा वो जांच भी करनगियां, सारी इन्वेस्टिगेशन जिहड़ा हैगा वो कीतियां जाणगियां। ते इस सब सिनेरियो दे विचाले सब तो वड्डा सवाल यह है कि इस पूरे समागम दे विच जिस तरीके की इन्वॉल्वमेंट हैगी है, वक्-वक् जथेबंदियां दी जिहड़ी इन्वॉल्वमेंट नजर आ रही है, उसनूं किस तरीके समझा जाए कि पंजाब दे विच मुड़ वो 80 ਦੇ ਦਹਾਕੇ ਦਾ ਕਾਲਾ ਦੌਰ ਆਵੇਗਾ, ਕਿੱਥੋਂ ਆਇਆ ਪਿੰਡਰਾਵਾਲੇ ਦਾ ਹਮਸ਼ਕਲ, ਇਹ ਸਾਰੇ ਸਵਾਲ ਨੇ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ। ਇੱਕ ਨੌਜਵਾਨ 28 ਸਾਲਾਂ ਦਾ ਨੌਜਵਾਨ ਕੁਝ ਵਕਤ ਦੇ ਵਿੱਚ ਹੀ ਅਜਿਹੀ ਪਛਾਣ ਕਿਵੇਂ ਬਣਾ ਲੈਂਦਾ ਹੈ ਕਿ ਉਸ ਨੂੰ ਲੋਕ ਜਿਹੜਾ ਹੈਗਾ ਇੱਕ ਵਾਰ ਫੇਰ ਉਸੇ ਤਸਵੀਰ ਦੇ ਵਿੱਚ ਵੇਖਣ ਲੱਗ ਜਾਂਦੇ ਨੇ। ਨਪਿੰਦਰ ਬਰਾੜ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਰਹੇ ਨੇ, ਨਪਿੰਦਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ। ਨਪਿੰਦਰ, ਇਹ ਸਿਨੈਰੀਓ ਜਿਹੜਾ ਹੈਗਾ, ਇਸ ਸਿਨੈਰੀਓ ਦੇ ਵਿੱਚ, ਇਸ ਪੂਰੇ ਸਿਨੈਰੀਓ ਦੇ ਵਿੱਚ ਨਪਿੰਦਰ, ਅੰਮ੍ਰਿਤਪਾਲ ਦੀ ਐਂਟਰੀ ਔਰ ਅੰਮ੍ਰਿਤਪਾਲ ਦੀ ਐਂਟਰੀ ਨੂੰ ਲੈ ਕੇ ਹੁਣ ਜਿਸ ਤਰੀਕੇ ਵੱਖ-ਵੱਖ ਇਹ ਕਹਿ ਲਿਆ ਜਾਵੇ ਕਿ ਜਥੇਬੰਦੀਆਂ ਦੇ ਵੀ ਸਵਾਲ ਜਿਹੜੇ ਹੈਗੇ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ। ਬੀਜੇਪੀ ਕਹਿ ਰਹੀ ਹੈ ਕਿ ਸੈਂਟਰ ਏਜੰਸੀ ਨੂੰ ਵੀ ਜਾਂਚ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿ ਰਿਹਾ ਕਿ ਉਹ ਸਾਡੀ ਉਹ ਲਾਈਨ ਨੂੰ ਲੈ ਕੇ ਅੱਗੇ ਤੁਰੇ ਹੋਏ ਨੇ। ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਜਿਹੜੇ ਕਹਿੰਦੇ ਨੇ ਉਹ 80 ਦੇ ਦੌਰ ਨੂੰ ਯਾਦ ਕਰਦੇ ਨੇ ਜਦੋਂ ਹਿੰਦੂ ਭਾਈਚਾਰੇ ਦਾ ਵੀ ਕਤਲੇਆਮ ਹੋਇਆ, ਉਸ ਗਿਣਤੀ ਨੂੰ ਗਿਣਾਉਣ ਲੱਗ ਜਾਂਦੇ ਨੇ। ਇਸ ਸਿਨੈਰੀਓ ਦੇ ਵਿੱਚ ਅੱਜ ਦਾ ਇਹ ਸਮਾਗਮ, ਕਿਉਂਕਿ ਹੁਣ 3 ਵੱਖ-ਵੱਖ ਧਿਰਾਂ ਦੇ ਪ੍ਰਤੀਕਰਮ ਔਰ ਇਸ ਤੋਂ ਇਲਾਵਾ ਕੁਝ ਚੀਜ਼ਾਂ ਤੁਹਾਡੇ ਕੋਲ ਵੀ ਹੋਣਗੀਆਂ, ਤੁਹਾਡੀ ਵੀ ਲੀਡਰਸ ਦੇ ਨਾਲ ਗੱਲਬਾਤ ਹੋਈ ਹੋਵੇਗੀ, ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਪੂਰੇ ਸਿਨੈਰੀਓ ਨੂੰ ਲੈ ਕੇ? ਨਪਿੰਦਰ, ਅਗਰ ਅਸੀਂ ਪੰਥਕ ਧੜੇ ਜਾਂ ਅਸੀਂ ਥੋੜਾ ਕੱਟੜ ਧੜਿਆਂ ਵਾਲੇ ਪਾਸੇ ਜਾ ਵੜੀਏ ਤਾਂ ਦਲ ਖਾਲਸਾ ਦੀ ਆਪਾਂ ਗੱਲ ਕਰ ਲੈਂਦੇ ਆ। ਦਲ ਖਾਲਸਾ ਕਿਤੇ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਇਤਫਾਕ ਨਹੀਂ ਰੱਖਦਾ, ਜਿੰਨਾ ਕਿ ਅਸੀਂ ਸਮਝ ਪਾਏ ਆ ਜਾਂ ਜਿੰਨੀ ਸਾਡੀ ਗੱਲਬਾਤ ਹੋਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਮਾਨ ਧੜਾ ਖੁੱਲ੍ਹ ਕੇ ਸਮਰਥਨ ਦੇ ਵਿੱਚ ਹੈ। ਸਿਮਰਜੀਤ ਸਿੰਘ ਮਾਨ ਇਸੇ ਕਰਕੇ ਉਹਨਾਂ ਕਿਹਾ ਸੀ ਕਿ ਅੱਜ ਉਹਨਾਂ ਨੇ ਉੱਥੇ ਆਉਣਾ। ਦੇਖੋ, ਮਾਨ ਸਪਸ਼ਟ ਤੌਰ ਤੇ ਉਹਨਾਂ ਦੇ ਨਾਲ ਖੜੇ ਨੇ। ਹਾਲਾਂਕਿ ਸਿਮਰਜੀਤ ਸਿੰਘ ਮਾਨ ਵੀ ਕਹਿੰਦੇ ਰਹੇ ਨੇ ਕਿ ਅਸੀਂ ਕਾਨੂੰਨੀ ਤੌਰ ਤੇ ਜਾਂ ਉਹ ਤਾਂ ਰੈਫਰੈਂਡਮ ਨੂੰ ਵੀ ਗੁਰਪਤਵੰਤ ਪੰਨੂ ਦੇ ਵੀ ਜਿਹੜਾ ਇਤਫਾਕ ਨਹੀਂ ਸੀ ਰੱਖਦੇ, ਪਰ ਇੱਥੇ ਅੰਮ੍ਰਿਤਪਾਲ ਹੋਰਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਤਾਂ ਵੱਖ-ਵੱਖ ਧੜੇ ਆ ਔਰ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਸਿਨੈਰੀਓ ਆ, ਤਾਂ ਨਹੀਂ ਲੱਗਦਾ ਕਿ ਅਕਾਲੀ ਦਲ ਨੂੰ ਵੀ ਕੋਈ ਇਹ ਸਿਨੈਰੀਓ ਜ਼ਿਆਦਾ ਸੂਟ ਕਰਦਾ ਹੋਵੇਗਾ। ਤੁਸੀਂ ਹੋਰ ਪਾਸੇ ਨਜ਼ਰ ਮਾਰ ਲਓ, ਹਿੰਦੂ ਧੜਿਆਂ ਦੇ ਤਾਂ ਸਾਫ਼ ਤੌਰ ਤੇ ਹੀ ਇਹ ਕਲੀਅਰ ਹੈ ਕਿ ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਪਰ ਗੱਲ ਉੱਥੇ ਹੀ ਉੱਠ ਖੜਦੀ ਹੈ ਗਗਨ ਕਿ ਸਾਡਾ ਕੰਮ ਕੀ ਹੈ? ਸਾਡਾ ਕੰਮ ਹੈ ਕਿ ਜੋ ਚੱਲ ਰਿਹਾ ਅਸੀਂ ਉਹ ਸਰਕਾਰ ਤੇ ਲੋਕਾਂ ਦੇ ਰੂਬਰੂ ਕਰਨਾ ਕਿ ਭਾਈ ਆਹ ਚੱਲ ਰਿਹਾ, ਆਹ ਕੁਝ ਵਾਪਰ ਰਿਹਾ, ਆਹ ਤੁਹਾਡੇ ਸਾਹਮਣੇ ਹੈ, ਤੁਹਾਨੂੰ ਪਸੰਦ ਆ ਰਿਹਾ, ਤੁਹਾਨੂੰ ਪਸੰਦ ਨਹੀਂ ਆ ਰਿਹਾ, ਇਹ ਜਨਤਾ ਨੇ ਤੈਅ ਕਰਨਾ ਹੈ। ਹਾਂ, ਉਹ ਕਾਨੂੰਨੀ ਤੌਰ ਤੇ ਹੋ ਰਿਹਾ ਜਾਂ ਗੈਰ ਕਾਨੂੰਨੀ ਹੋ ਰਿਹਾ, ਕੋਈ ਚੀਜ਼ ਸਮਾਜ ਦੇ ਲਈ ਹੋ ਰਹੀ ਹੈ ਜਾਂ ਸਮਾਜ ਦੇ ਵਿਰੁੱਧ ਹੋ ਰਹੀ ਹੈ, ਉਹਦੀ ਜ਼ਿੰਮੇਵਾਰੀ ਸਾਡੇ ਸਿਸਟਮ ਦੀ ਆ, ਉਹਦੀ ਜ਼ਿੰਮੇਵਾਰੀ ਸਾਡੇ ਸਰਕਾਰ ਦੀ ਆ। ਲਾ ਐਂਡ ਆਰਡਰ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਮੋਨੀਟਰ ਕਰਨਾ, ਸੰਭਾਲਣਾ ਉਹ ਸਿਸਟਮ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ ਆ। ਥੋੜੀ ਦੇਰ ਪਹਿਲਾਂ ਹਰਪਾਲ ਚੀਮਾ ਹੋਣੀ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਸਾਫ਼ ਤੌਰ ਤੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਜੇ ਕੋਈ ਚੀਜ਼ ਦੇਸ਼ ਵਿਰੋਧੀ ਜਾਂ ਗੈਰ ਕਾਨੂੰਨੀ ਹੋ ਰਹੀ ਹੈ ਜਾਂ ਦੇਸ਼ ਦੇ ਖਿਲਾਫ ਕੋਈ ਗੱਲ ਹੋ ਰਹੀ ਹੈ, ਇਹ ਹਰਪਾਲ ਚੀਮਾ ਹੋਰਾਂ ਨੇ ਥੋੜੀ ਦੇਰ ਪਹਿਲਾਂ ਕਿਹਾ, ਤਾਂ ਉਸ ਤੇ ਕਾਰਵਾਈ ਹੋਵੇਗੀ। ਔਰ ਹਾਲਾਂਕਿ ਕਹਿੰਦੇ ਕਿ ਜ਼ਿਆਦਾ ਇਸ ਬਾਰੇ ਪਤਾ ਨਹੀਂ ਹੈ, ਪਰ ਪੜਤਾਲ ਹੋਏਗੀ। ਤਾਂ ਉਹ ਪੜਤਾਲ ਕਦੋਂ ਹੋਣੀ ਹੈ? ਇੰਨਾ ਵੱਡਾ ਸਮਾਗਮ ਹੋ ਗਿਆ, ਐਸੀ ਗੱਲ ਨਹੀਂ ਹੈ ਕਿ ਸਰਕਾਰ ਨੂੰ ਪਤਾ ਨਾ ਹੋਏਗਾ। ਦੇਖੋ, ਇੰਟੈਲੀਜੈਂਸ ਏਜੰਸੀਆਂ ਕੰਮ ਕਰਦੀਆਂ ਨੇ, ਪੰਜਾਬ ਦਾ ਆਪਣਾ CID ਵਿੰਗ ਹੈ ਔਰ ਪਲ ਦਾ ਪਤਾ ਹੈ। ਕੱਲ ਅਸੀਂ ਉੱਥੇ ਦੇਖਿਆ ਸੀ ਲਗਾਤਾਰ ਪੁਲਿਸ ਦੇ ਅਧਿਕਾਰੀ, DSP ਲੈਵਲ ਦੇ ਅਧਿਕਾਰੀ ਆ ਕੇ ਮੀਟਿੰਗਾਂ ਕਰ ਰਹੇ ਸੀ ਕਿ ਕੱਲ ਤੁਹਾਡਾ ਇਕੱਠ ਹੋਣਾ ਹੈ, ਇਸ ਤਰ੍ਹਾਂ ਦਾ ਹੋਣਾ ਹੈ, ਕੀ ਕੁਝ ਹੋਣਾ। ਪੁਲਿਸ ਦੇ ਜਵਾਨ ਦਿੱਤੇ ਨਾ ਸੀ ਆਲਰੇਡੀ, ਹੁਣ ਵੀ ਹੋਣਗੇ। ਤਾਂ ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਸਰਕਾਰ ਨੂੰ, ਤੁਹਾਨੂੰ ਯਾਦ ਹੋਣਾ ਪ੍ਰਕਾਸ਼ ਸਿੰਘ ਬਾਦਲ ਇੱਕ ਬਿਆਨ ਦਿੰਦੇ ਹੁੰਦੇ ਸੀ ਕਿ ਸੂਬੇ 'ਚ ਕੀੜੀ ਵੀ ਤੁਰਦੀ ਹੈ ਨਾ, ਤਾਂ ਮੁੱਖ ਮੰਤਰੀ ਨੂੰ ਪਤਾ ਹੁੰਦਾ ਕਿ ਕੀੜੀ ਕਿੱਥੇ ਜਾ ਰਹੀ ਹੈ। ਤਾਂ ਕਈ ਵਾਰੀ ਇਹ ਹੁੰਦਾ ਕਿ ਕੁਝ ਕੀੜੇ ਤੁਰ ਰਹੇ ਆ, ਨਹੀਂ ਤੁਰ ਰਹੇ। ਕੁਝ ਚੀਜ਼ਾਂ ਨੂੰ ਜੇ ਸਰਕਾਰ ਆਪ ਹੀ ਨਾ ਦੇਖਣਾ ਚਾਹੇ ਤਾਂ ਵੱਖਰੀ ਗੱਲ ਹੁੰਦੀ ਹੈ, ਪਰ ਪਤਾ ਸਟੇਟ ਨੂੰ ਸਾਰਾ ਹੁੰਦਾ ਹੈ ਕਿ ਕੀ ਕੁਝ ਚੱਲ ਰਿਹਾ। ਪਰ ਹੁਣ ਸਵਾਲ ਇੱਥੇ ਉੱਠ ਖੜਦਾ ਕਿ ਕਿਸ ਲੈਵਲ ਤੇ ਚੱਲ ਰਿਹਾ, ਕੀ ਇਹ ਪੰਜਾਬ ਦੇ ਮਾਹੌਲ ਨੂੰ ਸੂਟ ਕਰਦਾ, ਕਿਤੇ ਪੰਜਾਬ ਦੇ ਮਾਹੌਲ ਲਈ ਕੋਈ ਖਤਰਾ ਤਾਂ ਨਹੀਂ। ਇਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਸਾਡੇ ਸਿਸਟਮ ਦੀ ਹੈ, ਜਿਹੜੀ ਸਰਕਾਰ ਲੋਕਾਂ ਨੇ ਚੁਣੀ ਉਹਨਾਂ ਦੀ ਜ਼ਿੰਮੇਵਾਰੀ ਹੈ। ਤਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਇੱਕ NGO, ਇੱਕ ਧਾਰਮਿਕ ਜਥੇਬੰਦੀ ਕਿਵੇਂ ਬਣ ਰਹੀ ਹੈ। ਇੱਕ ਹਾਲਾਂਕਿ ਇਹ ਨਹੀਂ ਹੈ ਕਿ ਕੋਈ ਉਹਨਾਂ ਤੋਂ ਕੋਈ ਬੈਨ ਲੱਗ ਗਿਆ, ਕੋਈ ਵੀ ਧਰਮ ਪ੍ਰਚਾਰ ਕਰ ਸਕਦਾ, ਪਰ ਕਿਤੇ ਇਹਦੇ ਪਿੱਛੇ ਕੋਈ ਖਾਸ ਗੱਲ ਤਾਂ ਨਹੀਂ ਚੱਲ ਰਹੀ, ਕਿਤੇ ਇਹਦੇ ਪਿੱਛੇ ਕੋਈ ਵੱਡਾ ਦਿਮਾਗ ਦਾ ਕੰਮ ਨਹੀਂ ਕਰ ਰਿਹਾ। ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਜੀ, ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ। ਤੇ ਮੈਨੂੰ ਲੱਗਦਾ ਲੋਕ ਵੀ, ਜਿਹੜਾ ਅੱਜ ਉੱਥੇ ਇਕੱਠ ਹੋਇਆ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਇਕੱਠ ਉਹਨਾਂ ਲੋਕਾਂ ਦਾ ਹੋਵੇਗਾ ਜਿਹੜੇ ਖੁਦ ਇਹਨਾਂ ਸਵਾਲਾਂ ਦਾ ਜਵਾਬ ਲੱਭਣਾ ਚਾਹੁੰਦੇ ਨੇ ਜੀ।
ਬਿਲਕੁਲ ਬਿਲਕੁਲ ਨਵਿੰਦਰ, ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਲੋਕ ਵੀ ਇਹਨਾਂ ਸਵਾਲਾਂ ਦਾ ਜਵਾਬ ਲੱਭਣਾ ਚਾਹੁੰਦੇ ਨੇ, ਇਹੀ ਸਵਾਲ ਨੇ ਜਿਨ੍ਹਾਂ ਦਾ ਜਵਾਬ ਜਦੋਂ ਤੱਕ ਨਹੀਂ ਮਿਲਦਾ ਉਹ ਤੱਕ ਸਪਸ਼ਟ ਨਹੀਂ ਹੋਏਗਾ, ਕਿਉਂਕਿ ਇੱਕ ਨੌਜਵਾਨ 28 ਸਾਲਾਂ ਦਾ ਨੌਜਵਾਨ ਜਿਸ ਸਿਨੈਰੀਓ ਦੇ ਵਿੱਚੋਂ ਵਾਪਸ ਆਉਂਦਾ, ਪੰਜਾਬ ਆਉਂਦਾ,